हेलो गाइस, वेलकम बैक टू माय यूट्यूब चैनल। ਅੱਜ मैं ਤੁਹਾਡੇ ਨਾਲ ਸ਼ੇਅਰ ਕਰਾਂਗੀ ਕਿ ਤੁਸੀਂ US ਦਾ DS 160 ਫਾਰਮ ਜਿਹੜਾ ਹੈ ਉਹ ਕਿਵੇਂ ਫਿਲ ਕਰਨਾ ਹੈ US ਵੀਜ਼ਾ ਐਪਲੀਕੇਸ਼ਨ ਲਈ। ਸਭ ਤੋਂ ਪਹਿਲਾਂ ਤੁਸੀਂ ਗੂਗਲ 'ਚ ਜਾ ਕੇ ਸਰਚ ਕਰਨਾ ਹੈ DS 160 ਫਾਰਮ। ਜਿਹੜੀ ਪਹਿਲਾ ਵੈਬਸਾਈਟ ਓਪਨ ਹੁੰਦੀ ਹੈ ਤੁਸੀਂ ਉੱਤੇ ਸਿਲੈਕਟ ਕਰਕੇ ਇਸ ਹੋਮ ਪੇਜ ਤੇ ਆ ਜਾਣਾ ਹੈ। ਇਸ ਪੇਜ ਤੇ ਸਭ ਤੋਂ ਪਹਿਲਾਂ ਤੁਹਾਨੂੰ ਪੁੱਛਿਆ ਜਾਊਗਾ ਕਿ ਸਿਲੈਕਟ ਅ ਲੋਕੇਸ਼ਨ ਵੇਅਰ ਯੂ ਵਿਲ ਬੀ ਅਪਲਾਈਂਗ ਫॉर द ਵੀਜ਼ਾ। ਇੱਥੇ ਤੁਸੀਂ ਜਿਹੜੀ ਵੀ ਲੋਕੇਸ਼ਨ ਤੋਂ ਅਪਲਾਈ ਕਰ ਰਹੇ ਹੋ ਤੁਸੀਂ ਉਹ ਲੋਕੇਸ਼ਨ ਸਿਲੈਕਟ ਕਰਨੀ। ਅਗਰ ਤੁਸੀਂ ਕੈਨੇਡਾ ਟੋਰਾਂਟੋ ਤੋਂ ਕਰ ਰਹੇ ਹੋ ਤਾਂ ਤੁਸੀਂ ਕੈਨੇਡਾ ਟੋਰਾਂਟੋ ਸਿਲੈਕਟ ਕਰੋਗੇ। ਉਸ ਤੋਂ ਬਾਅਦ ਜਿਹੜਾ ਵੀ ਤੁਹਾਨੂੰ ਨੀਚੇ ਦਿੱਤਾ ਗਿਆ ਕੋਡ ਆ ਉਹ ਐਂਟਰ ਕਰਨਾ ਪਏਗਾ। ਉਹ ਕੋਡ ਐਂਟਰ ਕਰਨ ਤੋਂ ਬਾਅਦ ਤੁਸੀਂ ਸਿਲੈਕਟ ਕਰਨਾ ਹੈ ਸਟਾਰਟ ਐਨ ਐਪਲੀਕੇਸ਼ਨ। ਜਦੋਂ ਤੁਸੀਂ ਸਟਾਰਟ ਐਨ ਐਪਲੀਕੇਸ਼ਨ 'ਤੇ ਕਲਿੱਕ ਕਰੋਗੇ ਤੁਹਾਨੂੰ ਇਹ ਸਾਹਮਣੇ ਨੋਟਿਸ ਜਿਹੜਾ ਹੈ ਉਹ ਆਏਗਾ। ਤੁਸੀਂ ਉੱਤੇ ਆਈ ਐਗਰੀ 'ਤੇ ਕਲਿੱਕ ਕਰਨਾ ਹੈ। ਉਸ ਤੋਂ ਬਾਅਦ ਤੁਹਾਡਾ ਐਪਲੀਕੇਸ਼ਨ ਨੰਬਰ ਆ ਜਾਏਗਾ, ਉਹ ਤੁਸੀਂ ਨੋਟ ਕਰਕੇ ਰੱਖ ਲੈਣਾ ਹੈ। ਨੀਚੇ ਤੁਹਾਨੂੰ ਇੱਕ ਸਿਕਿਉਰਿਟੀ ਕੁਐਸਚਨ ਸਿਲੈਕਟ ਕਰਨਾ ਪਊਗਾ, ਉਹਦਾ ਤੁਸੀਂ ਕੋਈ ਵੀ ਆਨਸਰ ਰੱਖ ਸਕਦੇ ਹੋ ਅਤੇ ਮੇਕ ਸ਼ੋਰ ਕਿ ਤੁਹਾਨੂੰ ਯਾਦ ਰਹੇ ਤੁਸੀਂ ਕੀ ਆਨਸਰ ਰੱਖਿਆ ਸੀਗਾ। ਇਸ ਤੋਂ ਬਾਅਦ ਤੁਹਾਨੂੰ ਸਭ ਤੋਂ ਪਹਿਲਾਂ ਤੁਹਾਡੀ ਪਰਸਨਲ ਇਨਫੋਰਮੇਸ਼ਨ ਪੁੱਛੀ ਜਾਏਗੀ। ਇੱਧਰ ਤੁਸੀਂ ਲੈਫਟ ਸਾਈਡ 'ਤੇ ਦੇਖ ਸਕਦੇ ਹੋ ਤੁਹਾਨੂੰ ਪਰਸਨਲ ਇਨਫੋਰਮੇਸ਼ਨ ਪੁੱਛਣਗੇ। ਫਿਰ ਤੁਹਾਨੂੰ ਟਰੈਵਲ ਬਾਰੇ ਪੁੱਛਣਗੇ, ਟਰੈਵਲ ਕੰਪੈਨੀਅਨਸ ਬਾਰੇ ਪੁੱਛਣਗੇ, ਤੁਹਾਡਾ ਪ੍ਰੀਵੀਅਸ US ਟਰੈਵਲ ਬਾਰੇ ਪੁੱਛਿਆ ਜਾਊਗਾ, ਤੁਹਾਡਾ ਐਡਰੈਸ ਫੋਨ ਨੰਬਰ ਪੁੱਛਿਆ ਜਾਊਗਾ, ਤੁਹਾਡੀ ਪਾਸਪੋਰਟ ਦੀ ਡਿਟੇਲਸ ਪੁੱਛੀਆਂ ਜਾਊਗੀਆਂ। ਫਿਰ US 'ਚ ਤੁਹਾਡਾ ਕੋਈ ਕਨੈਕਸ਼ਨ ਹੈਗਾ ਉਹਦੇ ਬਾਰੇ ਪੁੱਛਿਆ ਜਾਊਗਾ, ਤੁਹਾਡੇ ਕੰਟੈਕਟਸ ਬਾਰੇ, ਫੈਮਿਲੀ ਬਾਰੇ ਪੁੱਛਿਆ ਜਾਊਗਾ। ਫਿਰ ਵਰਕ ਟ੍ਰੇਨਿੰਗ ਤੇ ਤੁਹਾਨੂੰ ਸਿਕਿਉਰਿਟੀ ਕੁਐਸਚਨਸ ਪੁੱਛੇ ਜਾਣਗੇ। ਬਸ ਇੰਨੇ ਸਾਰੇ ਐਪਲੀਕੇਸ਼ਨ 'ਚ ਪ੍ਰੋਸੈਸ ਨੇ ਅਤੇ ਤੁਸੀਂ ਇਹ ਸਾਰਿਆਂ ਦੇ ਆਨਸਰ ਦੇ ਕੇ ਆਪਣੀ ਐਪਲੀਕੇਸ਼ਨ ਜਿਹੜੀ ਉਹ ਕੰਪਲੀਟ ਕਰ ਸਕਦੇ ਹੋ। ਇਸ ਪੇਜ 'ਤੇ ਤੁਸੀਂ ਦੇਖ ਸਕਦੇ ਹੋ ਤੁਹਾਨੂੰ ਬੇਸਿਕ ਇਨਫੋਰਮੇਸ਼ਨ ਪੁੱਛੀ ਜਾ ਰਹੀ ਹੈ, ਤੁਹਾਡਾ ਸਰਨੇਮ। ਅਗਰ ਤੁਹਾਡੇ ਪਾਸਪੋਰਟ 'ਤੇ ਸਿਰਫ ਇੱਕ ਹੀ ਨਾਮ ਹੈਗਾ ਉਹ ਤੁਸੀਂ ਸਰਨੇਮ 'ਚ ਲਿਖੋਗੇ। ਗਿਵਨ ਨੇਮ 'ਚ ਤੁਸੀਂ FNU ਲਿਖਣਾ ਹੈ। ਉਹਨਾਂ ਨੇ ਸਾਈਡ 'ਤੇ ਹੈਲਪ 'ਚ ਦੱਸਿਆ ਵੀ ਹੋਇਆ ਕਿ ਤੁਸੀਂ ਕਿੱਦਾਂ ਫਿਲ ਕਰਨਾ। ਉਸ ਤੋਂ ਬਾਅਦ ਤੁਹਾਨੂੰ ਜਿਹੜਾ ਨੈਕਸਟ ਆ ਰਿਹਾ ਕਿ ਫੁੱਲ ਨੇਮ ਇਨ ਨੇਟਿਵ ਐਲਫਾਬੈਟ, ਉਹਦੇ 'ਚ ਤੁਸੀਂ ਡਜ਼ ਨਾਟ ਅਪਲਾਈ ਕਰਨਾ। ਫਿਰ ਜੇ ਤੁਹਾਨੂੰ ਪੁੱਛਣਗੇ ਤੁਸੀਂ ਕਦੀ ਕੋਈ ਹੋਰ ਨਾਮ ਯੂਜ਼ ਕੀਤਾ ਹੈ, ਜੇ ਤੁਸੀਂ ਕੀਤਾ ਤੁਸੀਂ ਯੈਸ ਕਰ ਸਕਦੇ ਹੋ, ਨਹੀਂ ਕੀਤਾ ਤਾਂ ਤੁਸੀਂ ਨੋ ਕਰ ਸਕਦੇ ਹੋ। ਉਸ ਤੋਂ ਬਾਅਦ ਫਿਰ ਤੁਹਾਨੂੰ ਕਹਿੰਦੇ ਆ ਕਿ ਡੂ ਯੂ ਹੈਵ ਟੈਲੀਕੋਡ, ਉੱਤੇ ਤੁਸੀਂ ਵੀ ਨੋ ਕਰਨਾ। ਫਿਰ ਤੁਹਾਨੂੰ ਪੁੱਛਦੇ ਹੋ ਮੇਲ ਹੋ ਜਾਂ ਫੀਮੇਲ ਹੋ, ਉਹ ਤੁਹਾਨੂੰ ਤੁਸੀਂ ਆਪਣੇ ਅਕੋਰਡਿੰਗ ਲਿਖਣਾ। ਐਂਡ ਦੈਨ ਤੁਹਾਡਾ ਮੈਰਿਟਲ ਸਟੇਟਸ, ਮੈਰਿਡ ਹੋ ਅਨਮੈਰਿਡ ਹੋ ਜੋ ਵੀ ਹੋ ਤੁਸੀਂ ਲਿਖਣਾ। ਉਸ ਤੋਂ ਬਾਅਦ ਡੇਟ ਐਂਡ ਪਲੇਸ ਆਫ ਬਰਥ, ਆਪਣੀ ਡੇਟ ਆਫ ਬਰਥ ਲਿਖਣੀ ਹੈ ਤੁਸੀਂ। ਫਿਰ ਸਿਟੀ, ਸਟੇਟ ਅਤੇ ਕੰਟਰੀ ਜਿੱਥੇ ਵੀ ਤੁਹਾਡਾ ਬਰਥ ਹੋਇਆ ਹੈ। ਇਹਦੇ ਨਾਲ ਨਾਲ ਜਿਹੜੇ ਸਾਈਡ 'ਤੇ ਹੈਲਪ ਵਾਲੇ ਬਟਨ ਆ ਰਹੇ ਆ, ਉਹ ਹੈਲਪ ਵਾਲੀਆਂ ਟੈਬਸ ਓਪਨ ਹੋ ਰਹੀਆਂ, ਉੱਥੇ ਤੁਸੀਂ ਦੇਖ ਸਕਦੇ ਹੋ ਕਿ ਅਗਰ ਤੁਹਾਨੂੰ ਕਿਸੇ ਚੀਜ਼ ਦੀ ਸਮਝ ਨਹੀਂ ਆ ਰਹੀ ਉਹਨਾਂ ਨੇ ਕਲੀਅਰਲੀ ਐਕਸਪਲੇਨ ਕੀਤਾ ਹੋਇਆ ਸਭ ਕੁਝ। ਇਹ ਫਿਲ ਕਰਨ ਤੋਂ ਬਾਅਦ ਤੁਸੀਂ ਨੈਕਸਟ ਪੇਜ 'ਤੇ ਜਾਣਾ ਹੈ, ਜਿਹਦੇ 'ਚ ਫਿਰ ਤੁਹਾਨੂੰ ਦੁਬਾਰਾ ਪਰਸਨਲ ਇਨਫੋਰਮੇਸ਼ਨ ਪੁੱਛੀ ਜਾਊਗੀ। ਉਹਦੇ 'ਚ ਤੁਹਾਨੂੰ ਇਹ ਪੁੱਛਿਆ ਜਾਊਗਾ ਕਿ ਤੁਹਾਡੀ ਨੈਸ਼ਨੈਲਿਟੀ ਕੀ ਆ। ਕਿ ਫਿਰ ਤੁਹਾਨੂੰ ਪੁੱਛਿਆ ਜਾਊਗਾ ਕਿ ਤੁਸੀਂ ਅਗਰ ਤੁਸੀਂ ਇੰਡੀਆ ਸਿਲੈਕਟ ਕਰਦੇ ਹੋ ਉਹਨਾਂ ਨੇ ਪੁੱਛਣਾ ਕਿ ਤੁਸੀਂ ਇੰਡੀਆ ਤੋਂ ਇਲਾਵਾ ਕਿਸੇ ਹੋਰ ਕੰਟਰੀ ਦੇ ਵੀ ਤੁਹਾਡੇ ਕੋਲ ਸਿਟੀਜ਼ਨ ਹੈਗੀ ਆ। ਅਗਰ ਨਹੀਂ ਹੈਗੀ ਤੁਸੀਂ ਨੋ ਲਿਖੋਗੇ। ਫਿਰ ਤੁਹਾਨੂੰ ਪੁੱਛਿਆ ਜਾਊਗਾ ਕਿ ਤੁਸੀਂ ਪਰਮਾਨੈਂਟ ਰੈਜ਼ੀਡੈਂਟ ਹੋ ਕਿਸੇ ਹੋਰ ਕੰਟਰੀ ਦੇ। ਇਨ ਦਿਸ ਕੇਸ ਅਗਰ ਤੁਸੀਂ ਕੈਨੇਡਾ 'ਚ ਪਰਮਾਨੈਂਟ ਰੈਜ਼ੀਡੈਂਟ ਹੋ ਤੁਸੀਂ ਯੈਸ 'ਤੇ ਕਲਿੱਕ ਕਰਕੇ ਨੀਚੇ ਕੈਨੇਡਾ ਸਿਲੈਕਟ ਕਰ ਲਓਗੇ। ਉਸ ਤੋਂ ਬਾਅਦ ਤੁਹਾਨੂੰ ਸੋਸ਼ਲ ਆਈਡੈਂਟੀਫਿਕੇਸ਼ਨ ਨੰਬਰ ਬਾਰੇ ਪੁੱਛਿਆ ਜਾਊਗਾ। ਇਹਨਾਂ ਸਾਰਿਆਂ ਦੇ ਤੁਸੀਂ ਡਜ਼ ਨਾਟ ਅਪਲਾਈ ਕਰਨਾ ਹੈ ਕਿਉਂਕਿ ਮੋਸਟ ਪ੍ਰੋਬੇਬਲੀ ਜਿਹੜੇ ਕੈਨੇਡੀਅਨ ਪਰਮਾਨੈਂਟ ਰੈਜ਼ੀਡੈਂਟ ਹੁੰਦੇ ਨੇ ਉਹਨਾਂ ਕੋਲ US ਦਾ ਆਈਡੈਂਟੀਫਿਕੇਸ਼ਨ ਕੋਈ ਵੀ ਇੱਦਾਂ ਦਾ ਨੰਬਰ ਨਹੀਂ ਹੁੰਦਾ। ਸੋ ਸਿੰਪਲੀ ਡਜ਼ ਨਾਟ ਅਪਲਾਈ ਸਿਲੈਕਟ ਕਰ ਲਓ। ਉਸ ਤੋਂ ਬਾਅਦ ਤੁਹਾਡੀ ਟਰੈਵਲ ਇਨਫੋਰਮੇਸ਼ਨ ਪੁੱਛੀ ਜਾਊਗੀ। ਇਹਦੇ ਵਿੱਚ ਤੁਹਾਨੂੰ ਸਭ ਤੋਂ ਪਹਿਲਾਂ ਇਹ ਕੁਐਸਚਨ ਪੁੱਛਿਆ ਜਾਊਗਾ ਕਿ ਪਰਪਸ ਆਫ ਟ੍ਰਿਪ ਟੂ ਦ US, ਤੁਹਾਡਾ ਪਰਪਸ ਕੀ ਹੈ। ਤੁਸੀਂ ਉੱਥੇ ਸਿਲੈਕਟ ਕਰਨਾ ਹੈ ਕਿ ਤੁਸੀਂ ਕਿਹੜਾ ਵੀਜ਼ਾ ਅਪਲਾਈ ਕਰ ਰਹੇ ਹੋ। ਡਰੋਪ ਡਾਊਨ ਮੈਨਿਊ 'ਚ ਜਾ ਕੇ ਜੋ ਤੁਸੀਂ ਸਿਲੈਕਟ ਕਰੋਗੇ ਕਿ ਟੈਂਪਰੇਰੀ ਬਿਜ਼ਨਸ ਜਾਂ ਵਿਜ਼ਿਟਰ ਵੀਜ਼ਾ ਅਪਲਾਈ ਕਰ ਰਹੇ ਹੋ ਤੁਸੀਂ, ਉਸ ਤੋਂ ਬਾਅਦ ਇਹਦੀ ਜਿਹੜੀ ਉਹ ਕਹਿਣਗੇ ਇਹਨੂੰ ਸਪੈਸੀਫਾਈ ਕਰੋ। ਸਪੈਸੀਫਾਈ ਕਰਨ ਲਈ ਤੁਸੀਂ ਕੈਟੇਗਰੀ ਸਿਲੈਕਟ ਕਰਨੀ ਹੈਗੀ ਹੈ B1 B2 ਵੀਜ਼ਾ, ਜਿਹਨੂੰ ਕਿ ਬਿਜ਼ਨਸ ਐਂਡ ਟੂਰਿਸਟ ਵੀਜ਼ਾ ਕਿਹਾ ਜਾਂਦਾ ਹੈ। ਇਸ ਤੋਂ ਬਾਅਦ ਤੁਹਾਨੂੰ ਪੁੱਛਣਗੇ ਕਿ ਹੈਵ ਯੂ ਮੇਡ ਸਪੈਸੀਫਿਕ ਟਰੈਵਲ ਪਲਾਨਸ, ਅਤੇ ਆਈ ਰਿਕਮੈਂਡ ਕਿ ਤੁਸੀਂ ਯੈਸ ਲਿਖੋ ਅਤੇ ਤੁਹਾਡੇ ਕੋਲ ਪ੍ਰੋਪਰ ਡੇਟਸ ਹੋਣ ਕਿ ਤੁਸੀਂ ਇੰਨੀ ਡੇਟ ਤੋਂ ਲੈ ਕੇ ਇੰਨੀ ਡੇਟ ਤੱਕ ਉੱਥੇ ਵਿਜ਼ਿਟ ਕਰਨਾ ਹੈ ਅਤੇ ਉੱਥੇ ਤੁਸੀਂ ਵਿਜ਼ਿਟ ਕਰਨ ਦੇ ਦੌਰਾਨ ਕਿੱਥੇ ਕਿੱਥੇ ਸਟੇ ਕਰਨਾ ਹੈ ਐਂਡ ਕਿਹੜੀ ਜਗ੍ਹਾ ਵਿਜ਼ਿਟ ਕਰਨੀ ਹੈ, ਤੁਹਾਡੇ ਕੋਲ ਇਨਫੋਰਮੇਸ਼ਨ ਹੋਣੀ ਚਾਹੀਦੀ ਹੈ। ਇਸ ਪੇਜ 'ਤੇ ਤੁਸੀਂ ਇਨਫੋਰਮੇਸ਼ਨ ਫਿਲ ਕਰਨੀ ਹੈ। ਤੁਹਾਡੀ ਡੇਟ ਆਫ ਅਰਾਈਵਲ ਇਨ ਦ US, ਕੋਈ ਵੀ ਐਸਟੀਮੇਟਡ ਡੇਟ ਤੁਸੀਂ ਦੱਸ ਸਕਦੇ ਹੋ।
ਇਸ ਦੇ ਨਾਲ ਤੁਸੀਂ ਅਰਾਈਵਲ ਸਿਟੀ ਲਿਖਣ ਤੋਂ ਬਾਅਦ ਆਪਣਾ ਡੇਟ ਆਫ ਡਿਪਾਰਚਰ ਫਰੋਮ US ਦੱਸਣਾ ਆ, ਅਤੇ ਡਿਪਾਰਚਰ ਸਿਟੀ ਤੁਸੀਂ ਕਿਹੜੀ ਸਿਟੀ ਤੋਂ ਡਿਪਾਰਟ ਕਰਨਾ ਹੈ ਉਹ ਵਾਲੀ ਸਿਟੀ ਦਾ ਨਾਮ ਲਿਖਣਾ ਹੈ। ਮੇਕ ਸ਼ੋਰ ਅਗਰ ਤੁਹਾਡੇ ਕੋਲ ਐਗਜ਼ੈਕਟ ਡੇਟਸ ਨਹੀਂ ਹੈਗੀਆਂ, ਤੁਸੀਂ ਕੋਈ ਵੀ ਐਸਟੀਮੇਟਡ ਡੇਟਸ ਜਿਹੜੀਆਂ ਹੈ ਉਹ ਲਿਖ ਸਕਦੇ ਹੋ ਇੱਥੇ। ਇਹ ਸਭ ਫਿਲ ਕਰਨ ਤੋਂ ਬਾਅਦ ਇਸ ਤੋਂ ਬਾਅਦ ਤੁਹਾਨੂੰ ਇਹ ਪੁੱਛਿਆ ਜਾਊਗਾ ਕਿ ਪ੍ਰੋਵਾਈਡ ਦ ਲੋਕੇਸ਼ਨਸ ਯੂ ਪਲਾਨ ਟੂ ਵਿਜ਼ਿਟ ਇਨ ਦ US। ਮੇਕ ਸ਼ੋਰ ਤੁਹਾਡੇ ਕੋਲ 2-3 ਜਗ੍ਹਾ ਦੇ ਨਾਮ ਹੋਣ, ਜਾਂ ਐਟਲੀਸਟ ਇੱਕ ਸ਼ਹਿਰ ਦਾ ਨਾਮ ਹੋਵੇ ਜਿੱਥੇ ਤੁਸੀਂ ਵਿਜ਼ਿਟ ਕਰਨਾ ਹੈ। ਲੈਟਸ ਸੇ ਅਗਰ ਤੁਸੀਂ ਨਿਊਯਾਰਕ ਜਾਣਾ ਚਾਹੁੰਦੇ ਹੋ, ਤੁਸੀਂ ਨਿਊਯਾਰਕ ਲਿਖ ਸਕਦੇ ਹੋ ਇੱਥੇ। ਇਸ ਤੋਂ ਬਾਅਦ ਨੈਕਸਟ ਤੁਹਾਨੂੰ ਪੁੱਛਿਆ ਜਾਊਗਾ ਕਿ ਤੁਸੀਂ ਆਪਣਾ ਐਡਰੈਸ ਦੇਣਾ ਹੈ ਜਿੱਥੇ ਤੁਸੀਂ US 'ਚ ਸਟੇ ਕਰੋਗੇ। ਇਹਦੇ ਲਈ ਸਭ ਤੋਂ ਸਿੰਪਲ ਇਹੀ ਹੈ ਕਿ ਤੁਸੀਂ ਇੱਕ ਟੈਬ ਓਪਨ ਕਰ ਲਓ, ਉਹਦੇ 'ਚ ਤੁਸੀਂ ਗੂਗਲ ਕਰਨਾ ਹੈ ਹੋਟਲਸ ਇਨ ਨਿਊਯਾਰਕ ਸਿਟੀ। ਤੁਹਾਨੂੰ ਜਿਹੜਾ ਵੀ ਚੀਪੈਸਟ ਹੋਟਲ ਦੀ ਇਨਫੋਰਮੇਸ਼ਨ ਮਿਲੂਗੀ ਤੁਸੀਂ ਉਹ ਇੱਥੇ ਫਿਲ ਕਰ ਸਕਦੇ ਹੋ। ਇੱਥੇ ਤੁਸੀਂ ਦੇਖ ਰਹੇ ਹੋ ਕਿ ਮੈਂ ਗੂਗਲ 'ਚ ਸਰਚ ਕਰ ਰਹੀ ਹਾਂ ਹੋਟਲਸ ਇਨ ਨਿਊਯਾਰਕ। ਇੱਥੋਂ ਮੈਂ ਕਿਸੇ ਵੀ ਹੋਟਲ ਦੀ ਇਨਫੋਰਮੇਸ਼ਨ ਲੈਣੀ ਆ ਜਿਹੜਾ ਵੀ ਮੈਨੂੰ ਲੱਗੂਗਾ ਕਿ ਹਾਂ ਇਹ ਚੀਪੈਸਟ ਆ। ਤੁਹਾਨੂੰ ਬੁਕਿੰਗ ਕਰਵਾਉਣ ਦੀ ਜ਼ਰੂਰਤ ਨਹੀਂ ਹੈ, ਤੁਸੀਂ ਸਿਰਫ ਇੱਥੋਂ ਸਿਲੈਕਟ ਕਰ ਸਕਦੇ ਹੋ ਕੋਈ ਵੀ ਹੋਟਲ, ਅਤੇ ਉਸ ਤੋਂ ਬਾਅਦ ਤੁਸੀਂ ਜਦੋਂ ਆਪਣੀ ਫਾਈਲ ਫਿਲ ਕਰਨੀ ਹੈ ਉਹਦੇ ਅਕੋਰਡਿੰਗਲੀ ਤੁਸੀਂ ਆਪਣੀ ਅਪੋਇੰਟਮੈਂਟ ਬੁੱਕ ਕਰਕੇ ਇੱਥੇ ਆਪਣੀ ਰੈਜ਼ਰਵੇਸ਼ਨ ਕਰਾ ਸਕਦੇ ਹੋ। ਉੱਥੋਂ ਮੈਂ ਉਹਦੀ ਇਨਫੋਰਮੇਸ਼ਨ ਲਈ ਆ, ਉਹਦਾ ਨਾਮ, ਉਹਦਾ ਸਟਰੀਟ ਐਡਰੈਸ, ਸਿਟੀ, ਸਟੇਟ, ਪੋਸਟਲ ਕੋਡ, ਇਹ ਸਾਰੀ ਇਨਫੋਰਮੇਸ਼ਨ ਮੈਂ ਉੱਥੋਂ ਗੂਗਲ ਤੋਂ ਲੈ ਕੇ ਸਾਰੀ ਇਨਫੋਰਮੇਸ਼ਨ ਜਿਹੜੀ ਆ ਉਹ ਫਿਲ ਕਰ ਲੂँਗੀ। ਇੱਥੇ ਤੁਸੀਂ ਦੇਖ ਸਕਦੇ ਹੋ ਇੱਥੇ ਸਾਰਾ ਕੁਛ ਉਹਦਾ ਸਟਰੀਟ ਐਡਰੈਸ ਦਿੱਤਾ ਹੈ, ਫਿਰ ਨਿਊਯਾਰਕ ਉਹਦਾ ਸ਼ਹਿਰ ਦਾ ਨਾਮ ਦਿੱਤਾ ਹੈ, NY ਸਟੇਟ ਲਿਖੀ ਹੋਈ ਹੈ, ਅਤੇ ਉਸ ਤੋਂ ਬਾਅਦ ਪੋਸਟਲ ਕੋਡ ਲਿਖਿਆ ਹੋਇਆ। ਤੁਸੀਂ ਇਹ ਸਾਰੀ ਇਨਫੋਰਮੇਸ਼ਨ ਜਿਹੜੀ ਹੈ ਐਜ਼ ਇਟ ਇਜ਼ ਕਾਪੀ ਪੇਸਟ ਕਰ ਲੈਣੀ ਹੈ, ਅਤੇ ਇੱਥੇ ਤੁਸੀਂ ਲਿਖ ਲੈਣਾ ਹੈ ਕਿ ਇਹ ਵਾਲੇ ਐਡਰੈਸ 'ਤੇ ਤੁਸੀਂ US 'ਚ ਸਟੇ ਕਰੋਗੇ, ਤਾਂ ਕਿ ਜਿਹੜਾ ਇਮੀਗ੍ਰੇਸ਼ਨ ਆਫਿਸਰ ਹੈ ਜਿਹਨੇ ਵੀ ਤੁਹਾਡੀ ਫਾਈਲ ਰਿਵਿਊ ਕਰਨੀ ਹੈ ਡਿਊਰਿੰਗ ਯੋਰ ਇੰਟਰਵਿਊ, ਉਹਨਾਂ ਨੂੰ ਪਤਾ ਹੋਵੇ ਕਿ ਤੁਹਾਡੇ ਕੋਲ ਇੱਕ ਐਗਜ਼ੈਕਟ ਡੇਟਸ ਹੈਗੀਆਂ ਆ, ਤੁਸੀਂ ਕਦੋਂ ਜਾਣਾ ਹੈ, ਕਦੋਂ ਵਾਪਸ ਆਉਣਾ ਹੈ, ਪਲੱਸ ਤੁਹਾਡੇ ਕੋਲ ਐਗਜ਼ੈਕਟ ਪਲੇਸ ਆਫ ਸਟੇ ਹੈਗੀ ਆ ਕਿ ਤੁਸੀਂ ਉੱਥੇ ਜਾ ਕੇ ਰਹਿਣਾ ਕਿੱਥੇ ਆ। ਇਸ ਤੋਂ ਬਾਅਦ ਨੈਕਸਟ ਪੇਜ 'ਤੇ ਜਦੋਂ ਤੁਸੀਂ ਕਲਿੱਕ ਕਰੋਗੇ, ਇੱਥੇ ਤੁਹਾਨੂੰ ਟਰੈਵਲ ਕੰਪੈਨੀਅਨਸ ਬਾਰੇ ਇਨਫੋਰਮੇਸ਼ਨ ਪੁੱਛੀ ਜਾਊਗੀ। ਤੁਹਾਨੂੰ ਪੁੱਛਿਆ ਜਾਊਗਾ ਕਿ ਪਰਸਨਲਸ ਟਰੈਵਲਿੰਗ ਵਿਦ ਯੂ, ਕੋਈ ਤੁਹਾਡੇ ਨਾਲ ਟਰੈਵਲ ਕਰ ਰਿਹਾ, ਯੈਸ ਔਰ ਨੋ, ਤੁਸੀਂ ਅਕੋਰਡਿੰਗਲੀ ਆਨਸਰ ਦੇ ਸਕਦੇ ਹੋ। ਫਿਰ ਤੁਹਾਨੂੰ ਪੁੱਛਿਆ ਜਾਊਗਾ ਤੁਹਾਡੀ ਪ੍ਰੀਵੀਅਸ US ਟਰੈਵਲ ਬਾਰੇ, ਤੁਸੀਂ ਕਦੇ US ਟਰੈਵਲ ਕੀਤਾ ਆ, ਜਾਂ ਤੁਹਾਨੂੰ ਕਦੇ US ਦਾ ਵੀਜ਼ਾ ਇਸ਼ੂ ਹੋਇਆ ਹੈ, ਜਾਂ ਫਿਰ ਕਦੇ ਤੁਸੀਂ US ਗਏ ਹੋ। ਅਗਰ ਤੁਹਾਡੇ ਕੋਲ ਕਿਸੇ ਵੀ ਆਨਸਰ ਦਾ ਕੁਐਸਚਨ ਦਾ ਆਨਸਰ ਯੈਸ ਹੈ ਤਾਂ ਯੈਸ ਕਰ ਦਿਓ, ਨੋ ਹੈ ਤਾਂ ਨੋ ਕਰ ਦਿਓ। ਫਿਰ ਤੁਹਾਨੂੰ ਪੁੱਛਿਆ ਜਾਊਗਾ ਐਡਰੈਸ ਐਂਡ ਫੋਨ ਇਨਫੋਰਮੇਸ਼ਨ। ਇੱਥੇ ਤੁਹਾਨੂੰ ਜਿਹੜਾ ਤੁਹਾਡਾ ਐਡਰੈਸ ਆ ਕੈਨੇਡਾ ਵਿੱਚ ਜਾਂ ਇੰਡੀਆ ਵਿੱਚ ਜਿੱਥੇ ਵੀ ਤੁਸੀਂ ਰਹਿ ਰਹੇ ਹੋ, ਜਾਂ ਕਿਸੇ ਵੀ ਹੋਰ ਕੰਟਰੀ 'ਚ, ਤੁਸੀਂ ਉਹ ਵਾਲਾ ਐਡਰੈਸ ਆਪਣਾ ਲਿਖਣਾ ਹੈ ਜਿਹੜਾ ਤੁਹਾਡਾ ਕਰੰਟ ਐਡਰੈਸ ਆ, ਹੋਮ ਐਡਰੈਸ। ਉਹ ਸਾਰੀ ਇਨਫੋਰਮੇਸ਼ਨ ਲਿਖਣ ਤੋਂ ਬਾਅਦ ਤੁਸੀਂ ਸਟਰੀਟ ਐਡਰੈਸ ਲਿਖਣਾ ਹੈ, ਸਿਟੀ, ਸਟੇਟ, ਪੋਸਟਲ ਕੋਡ, ਕੰਟਰੀ। ਫਿਰ ਤੁਸੀਂ ਅਗਰ ਤੁਹਾਡਾ ਮੇਲਿੰਗ ਐਡਰੈਸ ਡਿਫਰੈਂਟ ਆ, ਤੁਸੀਂ ਕਹੋਗੇ ਕਿ ਨੋ। ਅਗਰ ਤੁਹਾਡਾ ਸੇਮ ਆ ਤਾਂ ਤੁਸੀਂ ਯੈਸ ਕਰ ਦੋਗੇ, ਤੁਹਾਨੂੰ ਦੁਬਾਰਾ ਐਡਰੈਸ ਫਿਲ ਨਹੀਂ ਕਰਨਾ ਪਊਗਾ। ਅਗਰ ਤੁਸੀਂ ਨੋ ਕਰਦੇ ਹੋ ਤਾਂ ਤੁਹਾਨੂੰ ਮੇਲਿੰਗ ਐਡਰੈਸ ਜਿਹੜਾ ਆ ਉਹ ਦੁਬਾਰਾ ਫਿਲ ਕਰਨਾ ਪਊਗਾ। ਇਸ ਤੋਂ ਬਾਅਦ ਤੁਹਾਨੂੰ ਕੰਟੈਕਟ ਇਨਫੋਰਮੇਸ਼ਨ ਪੁੱਛੀ ਜਾਊਗੀ, ਤੁਹਾਡਾ ਫ਼ੋਨ ਨੰਬਰ, ਪ੍ਰਾਇਮਰੀ ਫ਼ੋਨ ਨੰਬਰ ਜਿਹੜਾ ਵੀ ਤੁਹਾਡਾ ਹੈਗਾ ਉਹ ਤੁਸੀਂ ਫ਼ੋਨ ਨੰਬਰ ਲਿਖ ਦੇਣਾ। ਅਗਰ ਤੁਸੀਂ ਕੋਈ ਹੋਰ ਨੰਬਰ ਦੇਣਾ ਚਾਹੁੰਦੇ ਹੋ ਤੁਸੀਂ ਨੀਚੇ ਐਡ ਕਰ ਸਕਦੇ ਹੋ, ਨਹੀਂ ਤਾਂ ਤੁਸੀਂ ਡਜ਼ ਨਾਟ ਅਪਲਾਈ 'ਤੇ ਕਲਿੱਕ ਕਰ ਦਿਓ। ਇਸ ਤੋਂ ਬਾਅਦ ਤੁਹਾਨੂੰ ਪੁੱਛਿਆ ਜਾਊਗਾ ਕਿ ਹੈਵ ਯੂ ਐਵਰ ਯੂਜ਼ਡ ਐਨੀ ਅਦਰ ਫ਼ੋਨ ਨੰਬਰਸ। ਅਗਰ ਤੁਸੀਂ ਕੀਤਾ ਹੈ ਯੈਸ ਕਰਕੇ ਆਪਣਾ ਨੰਬਰ ਦੇ ਦਿਓ, ਅਗਰ ਨਹੀਂ ਕੀਤਾ ਤਾਂ ਨੋ ਕਰ ਦਿਓ ਸਿੰਪਲੀ। ਇਸ ਦੇ ਨਾਲ ਤੁਸੀਂ ਆਪਣੀ ਈਮੇਲ ਐਡਰੈਸ ਵੀ ਦੇਣੀ ਆ। ਅਗਰ ਤੁਸੀਂ ਕਦੀ ਕੋਈ ਹੋਰ ਈਮੇਲ ਵੀ ਯੂਜ਼ ਕੀਤੀ ਆ ਇਨ ਦ ਲਾਸਟ 5 years ਤਾਂ ਤੁਸੀਂ ਉਹ ਵਾਲੀ ਈਮੇਲ ਐਡ ਕਰ ਸਕਦੇ ਹੋ। ਇਸ ਤੋਂ ਬਾਅਦ ਤੁਹਾਨੂੰ ਸੋਸ਼ਲ ਮੀਡੀਆ ਬਾਰੇ ਪੁੱਛਿਆ ਜਾਊਗਾ, ਜਿੰਨੇ ਵੀ ਤੁਹਾਡੇ ਅਕਾਊਂਟਸ ਨੇ ਇੰਸਟਾਗ੍ਰਾਮ 'ਤੇ, ਟਿਕਟੋਕ 'ਤੇ, ਫੇਸਬੁੱਕ 'ਤੇ, ਜਿਹੜੇ ਵੀ ਤੁਸੀਂ ਐਡ ਕਰਨਾ ਚਾਹੁੰਦੇ ਹੋ ਉਹ ਤੁਸੀਂ ਇੱਥੇ ਡਰੋਪ ਡਾਊਨ ਮੈਨਿਊ ਤੋਂ ਸਿਲੈਕਟ ਕਰਕੇ ਆਪਣੇ ਅਕਾਊਂਟਸ ਉਹਨਾਂ ਨੂੰ ਦੱਸ ਸਕਦੇ ਹੋ। ਪਹਿਲਾਂ ਤੁਸੀਂ ਦੱਸਣਾ ਹੈ ਕਿ ਇੰਸਟਾਗ੍ਰਾਮ, ਐਂਡ ਦੈਨ ਉਸ ਤੋਂ ਬਾਅਦ ਸੋਸ਼ਲ ਮੀਡੀਆ ਆਈਡੈਂਟੀਫਾਇਰ, ਜਿਹੜਾ ਵੀ ਤੁਹਾਡੀ ਆਈਡੀ ਹੈ ਸੋਸ਼ਲ ਮੀਡੀਆ 'ਤੇ, ਲੈਟਸ ਸੇ ਇੰਸਟਾ 'ਤੇ ਜਿਹੜੀ ਵੀ ਆਈਡੀ ਹੈ ਤੁਸੀਂ ਉਹ ਲਿਖ ਸਕਦੇ ਹੋ। ਉਸ ਤੋਂ ਬਾਅਦ ਉਹਨਾਂ ਨੇ ਤੁਹਾਨੂੰ ਪੁੱਛਣਾ ਹੈ ਡੂ ਯੂ ਵਿਸ਼ ਟੂ ਪ੍ਰੋਵਾਈਡ ਇਨਫੋਰਮੇਸ਼ਨ ਅਬਾਊਟ ਯੋਰ ਪ੍ਰੈਜ਼ੈਂਸ ਔਨ ਐਨੀ ਅਦਰ ਵੈਬਸਾਈਟ ਔਰ ਸੋਸ਼ਲ ਮੀਡੀਆ, ਉਹ ਤੁਸੀਂ ਯੈਸ ਔਰ ਨੋ ਅਕੋਰਡਿੰਗਲੀ ਆਨਸਰ ਕਰ ਸਕਦੇ ਹੋ। ਇਸ ਕੁਐਸਚਨ ਦਾ ਆਨਸਰ ਦੇਣ ਤੋਂ ਬਾਅਦ ਤੁਸੀਂ ਨੈਕਸਟ 'ਤੇ ਕਲਿੱਕ ਕਰਨਾ ਹੈ। ਨੈਕਸਟ 'ਤੇ ਜਦੋਂ ਤੁਸੀਂ ਕਲਿੱਕ ਕਰੋਗੇ ਨੈਕਸਟ ਪੇਜ 'ਤੇ ਤੁਹਾਨੂੰ ਤੁਹਾਡੇ ਪਾਸਪੋਰਟ ਦੀ ਇਨਫੋਰਮੇਸ਼ਨ ਮੰਗੀ ਜਾਊਗੀ। ਇਸ ਪੇਜ 'ਤੇ ਤੁਸੀਂ ਸਿੰਪਲੀ ਆਪਣੀ ਪਾਸਪੋਰਟ ਦੀ ਇਨਫੋਰਮੇਸ਼ਨ ਫਿਲ ਕਰਨੀ ਹੈ। ਸਭ ਤੋਂ ਪਹਿਲਾਂ ਤੁਸੀਂ ਸਿਲੈਕਟ ਕਰਨਾ ਹੈ ਤੁਹਾਡੇ ਕੋਲ ਰੈਗੂਲਰ ਪਾਸਪੋਰਟ ਆ,
ਉਸ ਤੋਂ ਬਾਅਦ ਪਾਸਪੋਰਟ ਜਾਂ ਟਰੈਵਲ ਡਾਕੂਮੈਂਟ ਨੰਬਰ ਜਿਹੜਾ ਤੁਹਾਡਾ ਪਾਸਪੋਰਟ ਦਾ ਨੰਬਰ ਆ ਤੁਸੀਂ ਉਹ ਐਡ ਕਰਨਾ ਹੈ। ਫਿਰ ਤੁਹਾਨੂੰ ਪੁੱਛਣਗੇ ਕਿ ਪਾਸਪੋਰਟ ਬੁੱਕ ਨੰਬਰ, ਅਗਰ ਤੁਹਾਡੇ ਕੋਲ ਹੈ ਕੋਈ ਨੰਬਰ ਇੱਦਾਂ ਦਾ ਤੁਸੀਂ ਲਿਖ ਸਕਦੇ ਯੈਸ, ਅਦਰਵਾਈਜ਼ ਡਜ਼ ਨਾਟ ਅਪਲਾਈ ਕਰਨਾ ਹੈ। ਪਾਸਪੋਰਟ ਇਸ਼ੂਇੰਗ ਕੰਟਰੀ ਜਿਹੜੀ, ਅਗਰ ਤੁਸੀਂ ਇੰਡੀਆ ਤੋਂ ਅਪਲਾਈ ਕਰ ਰਹੇ ਹੋ ਤਾਂ ਓਬਵੀਅਸਲੀ ਇੰਡੀਆ ਤੋਂ ਇਸ਼ੂ ਹੋਇਆ ਹੋਏਗਾ, ਤੁਸੀਂ ਇੰਡੀਆ ਸਿਲੈਕਟ ਕਰਨਾ ਹੈ। ਦੈਨ ਸਿਟੀ ਸਿਲੈਕਟ ਕਰਨੀ ਹੈ ਜਿੱਥੇ ਵੀ ਤੁਹਾਡਾ ਪਾਸਪੋਰਟ ਇਸ਼ੂ ਹੋਇਆ। ਉਸ ਤੋਂ ਬਾਅਦ ਸਟੇਟ ਐਂਡ ਕੰਟਰੀ ਸਿਲੈਕਟ ਕਰਨੀ ਹੈ। ਇਸ ਤੋਂ ਬਾਅਦ ਤੁਹਾਨੂੰ ਪੁੱਛਿਆ ਜਾਊਗਾ ਕਿ ਪਾਸਪੋਰਟ ਦੀ ਜਿਹੜੀ ਇਸ਼ੂਐਂਸ ਡੇਟ ਕੀ ਹੈ, ਕਦੋਂ ਇਸ਼ੂ ਹੋਇਆ ਸੀਗਾ, ਅਤੇ ਪਾਸਪੋਰਟ ਦੀ ਐਕਸਪਾਇਰੇਸ਼ਨ ਡੇਟ ਕੀ ਆ। ਫਿਰ ਤੁਸੀਂ ਇਸ਼ੂ ਡੇਟ ਜਿਹੜੀ ਹੈ ਪਾਸਪੋਰਟ ਦੀ ਅਤੇ ਐਕਸਪਾਇਰੇਸ਼ਨ ਡੇਟ ਉਹ ਦੋਨੋਂ ਅਕੋਰਡਿੰਗਲੀ ਲਿਖ ਲੈਣੀਆਂ। ਇਸ ਤੋਂ ਬਾਅਦ ਤੁਹਾਨੂੰ ਲਾਸਟ 'ਤੇ ਇੱਕ ਕੁਐਸਚਨ ਪੁੱਛਿਆ ਜਾਊਗਾ ਕਿ ਹੈਵ ਯੂ ਐਵਰ ਲੋਸਟ ਯੂਅਰ ਪਾਸਪੋਰਟ, ਅਤੇ ਤੁਸੀਂ ਲੋਸਟ ਜਾਂ ਸਟੋਲਨ ਅਗਰ ਹੋਇਆ ਤੁਸੀਂ ਉਹਦੇ ਅਕੋਰਡਿੰਗਲੀ ਯੈਸ ਔਰ ਨੋ ਲਿਖ ਕੇ ਇਨਫੋਰਮੇਸ਼ਨ ਭਰ ਸਕਦੇ ਹੋ। ਉਸ ਤੋਂ ਬਾਅਦ ਤੁਹਾਨੂੰ ਨੈਕਸਟ ਜਿਹੜਾ ਪੇਜ ਆ ਓਪਨ ਹੋ ਰਿਹਾ ਹੈਗਾ ਆ US ਪੁਆਇੰਟ ਆਫ ਕੰਟੈਕਟ ਇਨਫੋਰਮੇਸ਼ਨ। ਅਗਰ ਤੁਹਾਡੇ ਕੋਈ ਰਿਲੇਟਿਵ ਹੈਗੇ US 'ਚ, ਤੁਸੀਂ ਉਹਨਾਂ ਦੀ ਕੋਈ ਕੰਟੈਕਟ ਇਨਫੋਰਮੇਸ਼ਨ ਦੇਣਾ ਚਾਹੁੰਦੇ ਹੋ ਤੁਸੀਂ ਇੱਥੇ ਲਿਖ ਸਕਦੇ ਹੋ। ਅਗਰ ਤੁਸੀਂ ਜਿਹੜੀ ਹੋਟਲ ਬੁਕਿੰਗ 'ਤੇ ਜਾ ਰਹੇ ਹੋ ਤੁਸੀਂ ਹੋਟਲ ਦੀ ਇਨਫੋਰਮੇਸ਼ਨ ਦਿੱਤੀ ਹੈ, ਤੁਸੀਂ ਆਰਗੇਨਾਈਜੇਸ਼ਨ ਨੇਮ 'ਚ ਉਹ ਹੋਟਲ ਦਾ ਨਾਮ ਲਿਖ ਦੇਣਾ ਹੈ। ਜਿਵੇਂ ਕਿ ਮੈਂ ਇੱਥੇ ਲਿਖਿਆ ਉਹ ਹੋਟਲ ਦਾ ਨਾਮ ਲਿਖ ਕੇ ਉਸ ਤੋਂ ਬਾਅਦ ਤੁਸੀਂ ਉਹਨਾਂ ਦੀ ਕੰਟੈਕਟ ਇਨਫੋਰਮੇਸ਼ਨ ਜਿਹੜੀ ਆ ਅਕੋਰਡਿੰਗਲੀ ਦੇ ਸਕਦੇ ਹੋ। ਅਤੇ ਜਿਹੜਾ ਨੀਚੇ ਤੁਹਾਨੂੰ ਕੁਐਸਚਨ ਪੁੱਛਿਆ ਜਾ ਰਿਹਾ ਰਿਲੇਸ਼ਨਸ਼ਿਪ 'ਚ ਯੂ, ਉਹਦੇ 'ਤੇ ਤੁਸੀਂ ਅਦਰ ਸਿਲੈਕਟ ਕਰ ਲੈਣਾ। ਇਸ ਤੋਂ ਬਾਅਦ ਅਗੇਨ ਫਿਰ ਤੁਸੀਂ ਉਹਦੀ ਜਿਹੜੀ US ਦਾ ਸਟਰੀਟ ਐਡਰੈਸ ਆ, ਹੋਟਲ ਦਾ, ਸਿਟੀ, ਸਟੇਟ, ਜ਼ਿਪ ਕੋਡ ਅਤੇ ਉਹਨਾਂ ਦਾ ਫ਼ੋਨ ਨੰਬਰ ਜਿਹੜਾ ਉਹਨਾਂ ਦੀ ਤੁਸੀਂ ਵੈਬਸਾਈਟ ਤੋਂ ਦੇਖ ਕੇ ਲਿਖ ਸਕਦੇ ਹੋ। ਇਸ ਤੋਂ ਬਾਅਦ ਨੈਕਸਟ ਪੇਜ 'ਤੇ ਜਦੋਂ ਤੁਸੀਂ ਕਲਿੱਕ ਕਰੋਗੇ, ਵੈਨ ਯੂ ਹਿਟ ਨੈਕਸਟ, ਤੁਹਾਨੂੰ ਫੈਮਿਲੀ ਬਾਰੇ ਇਨਫੋਰਮੇਸ਼ਨ ਪੁੱਛੀ ਜਾਊਗੀ। ਅਗਰ ਤੁਸੀਂ ਜ਼ਿਪ ਕੋਡ ਲਿਖਦੇ ਹੋ ਕੋਈ ਵੀ ਮਿਸਟੇਕ ਕਰਦੇ ਹੋ, ਅਗਰ ਤੁਸੀਂ ਫ਼ੋਨ ਨੰਬਰ ਪ੍ਰੋਪਰਲੀ ਨਹੀਂ ਲਿਖਦੇ, ਇੱਦਾਂ ਰੈੱਡ ਕਲਰ 'ਚ ਜਿਹੜੇ ਐਰਰਸ ਨੇ ਉਹ ਹਾਈਲਾਈਟ ਹੋ ਜਾਣਗੇ। ਉਸ ਤੋਂ ਬਾਅਦ ਤੁਸੀਂ ਜਿਹੜਾ ਹੈ ਆਪਣੀ ਤੁਹਾਨੂੰ ਜਿਹੜੀ ਵੀ ਇੰਸਟਰਕਸ਼ਨ ਦਿੱਤੀ ਜਾਊਗੀ ਕਿ ਇੱਦਾਂ ਆਪਣੇ ਜਿਹੜੇ ਐਰਰਸ ਨੇ ਉਹਨਾਂ ਨੂੰ ਕਰੈਕਟ ਕਰੋ, ਤੁਸੀਂ ਕਰੈਕਟ ਕਰ ਸਕਦੇ ਹੋ। ਉਸ ਤੋਂ ਬਾਅਦ ਤੁਸੀਂ ਜਿਹੜਾ ਆਪਣਾ ਕੰਟੀਨਿਊਸਲੀ ਫਾਰਮ ਜਿਹੜਾ ਫਿਲ ਕਰ ਸਕਦੇ ਹੋ। ਫੈਮਿਲੀ ਇਨਫੋਰਮੇਸ਼ਨ ਦੇ ਵਿੱਚ ਤੁਹਾਨੂੰ ਸਭ ਤੋਂ ਪਹਿਲਾਂ ਫਾਦਰ ਦੀ ਫੁੱਲ ਨੇਮ ਐਂਡ ਡੇਟ ਆਫ ਬਰਥ ਪੁੱਛਿਆ ਜਾਊਗਾ। ਤੁਸੀਂ ਆਪਣੇ ਫਾਦਰ ਦਾ ਨੇਮ, ਗਿਵਨ ਨੇਮ ਅਤੇ ਡੇਟ ਆਫ ਬਰਥ ਫਿਲ ਕਰਨੀ ਹੈ। ਅਗਰ ਉਹ ਤੁਹਾਡੇ ਫਾਦਰ US 'ਚ ਨੇ ਤੁਸੀਂ ਯੈਸ ਕਹੋਗੇ, ਨਹੀਂ ਨੇ ਅਤੇ ਨੋ ਕਹੋਗੇ। ਫਿਰ ਤੁਹਾਨੂੰ ਸਿਮਿਲਰਲੀ ਮਦਰ ਦੀ ਇਨਫੋਰਮੇਸ਼ਨ ਬਾਰੇ ਪੁੱਛਿਆ ਜਾਊਗਾ। ਅਗਰ ਤਾਂ ਤੁਹਾਡੇ ਫਾਦਰ ਐਂਡ ਮਦਰ ਦੇ ਪਾਸਪੋਰਟ 'ਤੇ ਸਿਰਫ ਇੱਕ ਹੀ ਨਾਮ ਆ, ਦੈਨ ਤੁਸੀਂ ਉਹ ਨੇਮ ਜਿਹੜਾ ਉਹ ਸਰਨੇਮ 'ਚ ਲਿਖੋਗੇ। ਗਿਵਨ ਨੇਮ 'ਚ ਤੁਸੀਂ FNU ਲਿਖਣਾ ਹੈ। ਇਹਦਾ ਮਤਲਬ ਆ ਫਸਟ ਨੇਮ ਅਨਅਵੇਲੇਬਲ ਜਾਂ ਫਸਟ ਨੇਮ ਨਾਟ ਅਵੇਲੇਬਲ। ਇਹ ਸਾਰੀ ਇਨਫੋਰਮੇਸ਼ਨ ਫਿਲ ਕਰਨ ਤੋਂ ਬਾਅਦ ਤੁਹਾਨੂੰ ਇਹ ਪੁੱਛਿਆ ਜਾਊਗਾ ਕਿ ਤੁਹਾਡੀ ਕੋਈ ਇਮੀਡੀਏਟ ਰਿਲੇਟਿਵਸ ਹੈਗੇ ਆ ਕੈਨੇਡਾ 'ਚ, ਅਗਰ ਹੈਗੇ ਨੇ ਯੈਸ ਕਰ ਦਿਓ, ਨਹੀਂ ਹੈਗੇ ਤਾਂ ਨੋ ਕਰ ਦਿਓ। ਇਸ ਤੋਂ ਬਾਅਦ ਅਗਰ ਤੁਸੀਂ ਮੈਰਿਡ ਹੋ ਦੈਨ ਤੁਹਾਨੂੰ ਤੁਹਾਡੇ ਸਪਾਊਸ ਦੀ ਇਨਫੋਰਮੇਸ਼ਨ ਪੁੱਛੀ ਜਾਊਗੀ। ਅਗੇਨ ਸਰਨੇਮ, ਗਿਵਨ ਨੇਮ, ਸਪਾਊਸ ਦੀ ਡੇਟ ਆਫ ਬਰਥ, ਸਪਾਊਸ ਦੀ ਨੈਸ਼ਨੈਲਿਟੀ ਕੀ ਆ ਐਂਡ ਸਪਾਊਸ ਦਾ ਪਲੇਸ ਆਫ ਬਰਥ, ਸਿਟੀ ਐਂਡ ਕੰਟਰੀ, ਜਿਹੜਾ ਵੀ ਉਹਨਾਂ ਦੀ ਪਾਸਪੋਰਟ 'ਤੇ ਲਿਖਿਆ ਹੋਇਆ ਉਹਦੇ ਅਕੋਰਡਿੰਗਲੀ ਤੁਸੀਂ ਇਨਫੋਰਮੇਸ਼ਨ ਫਿਲ ਕਰ ਸਕਦੇ ਹੋ। ਇਹ ਸਾਰੀ ਇਨਫੋਰਮੇਸ਼ਨ ਫਿਲ ਕਰਨ ਤੋਂ ਬਾਅਦ ਤੁਸੀਂ ਸਿਲੈਕਟ ਕਰਨਾ ਆ ਸਪਾਊਸ ਦਾ ਐਡਰੈਸ। ਅਗਰ ਤੁਸੀਂ ਸੇਮ ਐਜ਼ ਹੋਮ ਐਡਰੈਸ ਸਿਲੈਕਟ ਕਰ ਸਕਦੇ ਹੋ, ਤੁਸੀਂ ਲਿਖ ਸਕਦੇ ਹੋ ਕਿ ਤੁਸੀਂ ਤੇ ਤੁਹਾਡੇ ਜਿਹੜੇ ਸਪਾਊਸ ਨੇ ਉਹ ਸੇਮ ਜਗ੍ਹਾ 'ਤੇ ਹੀ ਰਹਿ ਰਹੇ ਹੋ। ਅਗਰ ਤੁਸੀਂ ਲੈਟਸ ਸੇ ਤੁਸੀਂ ਕੈਨੇਡਾ 'ਚੋਂ ਤੁਹਾਡੇ ਸਪਾਊਸ ਇੰਡੀਆ 'ਚ ਨੇ, ਦੈਨ ਅਕੋਰਡਿੰਗਲੀ ਤੁਸੀਂ ਜਿਹੜੀ ਇਨਫੋਰਮੇਸ਼ਨ ਆ ਉਹ ਫਿਲ ਕਰ ਸਕਦੇ ਹੋ। ਇਸ ਤੋਂ ਬਾਅਦ ਜਿਹੜੀ ਤੁਹਾਡੀ ਪ੍ਰੈਜ਼ੈਂਟ ਵਰਕ, ਐਜੂਕੇਸ਼ਨ ਜਾਂ ਟ੍ਰੇਨਿੰਗ ਇਨਫੋਰਮੇਸ਼ਨ ਬਾਰੇ ਪੁੱਛਿਆ ਜਾਊਗਾ ਤੁਹਾਨੂੰ। ਸਭ ਤੋਂ ਪਹਿਲਾਂ ਤੁਹਾਨੂੰ ਤੁਹਾਡੇ ਪ੍ਰਾਇਮਰੀ ਆਕਿਊਪੇਸ਼ਨ ਬਾਰੇ ਪੁੱਛਿਆ ਜਾਊਗਾ। ਤੁਸੀਂ ਪ੍ਰਾਇਮਰੀ ਆਕਿਊਪੇਸ਼ਨ 'ਚ ਜਿਹੜਾ ਵੀ ਤੁਸੀਂ ਕੰਮ ਕਰਦੇ ਹੋ ਉਹ ਤੁਸੀਂ ਡਰੋਪ ਡਾਊਨ ਮੈਨਿਊ 'ਚ ਸਿਲੈਕਟ ਕਰਨਾ। ਅਗਰ ਤੁਸੀਂ ਨਾਟ ਇੰਪਲੋਇਡ ਹੋ ਤੁਸੀਂ ਨਾਟ ਇੰਪਲੋਇਡ ਲਿਖ ਸਕਦੇ ਹੋ। ਅਗਰ ਤੁਸੀਂ ਇੰਪਲੋਇਡ ਹੋ ਅਕੋਰਡਿੰਗਲੀ ਤੁਸੀਂ ਡਰੋਪ ਡਾਊਨ ਮੈਨਿਊ 'ਚ ਸਿਲੈਕਟ ਕਰਕੇ ਇੰਪਲੋਇਡ ਐਂਡ ਦੈਨ ਆਪਣੀ ਜਿਹੜੀ ਇੰਪਲੋਇਡ ਦੀ ਸਾਰੀ ਇਨਫੋਰਮੇਸ਼ਨ ਲਿਖਣੀ ਹੈ। ਅਗਰ ਤੁਸੀਂ ਸਟੂਡੈਂਟ ਹੋ ਪ੍ਰੈਜੈਂਟਲੀ ਦੈਨ ਤੁਹਾਨੂੰ ਆਪਣੀ ਕਾਲਜ ਦੀ ਇਨਫੋਰਮੇਸ਼ਨ ਦੇਣੀ ਪਊਗੀ, ਪ੍ਰੈਜੈਂਟ ਇੰਪਲੋਇਡ ਜਾਂ ਸਕੂਲ ਨੇਮ। ਉਸ ਤੋਂ ਬਾਅਦ ਜਿਹੜਾ ਪ੍ਰੈਜੈਂਟ ਇੰਪਲੋਇਡ ਜਾਂ ਸਕੂਲ ਨੇਮ ਦਾ ਐਡਰੈਸ ਆ ਅਕੋਰਡਿੰਗਲੀ ਉਹ ਤੁਸੀਂ ਫਿਲ ਕਰ ਲੈਣਾ। ਜਿਹੜੀ ਆਪਣੀ ਨੈਕਸਟ 'ਤੇ ਕਲਿੱਕ ਕਰਨਾ। ਫਿਰ ਉਹਨਾਂ ਨੇ ਪੁੱਛਣਾ ਆ ਕਿ ਤੁਸੀਂ ਪ੍ਰੀਵੀਅਸਲੀ ਕੋਈ ਜੋਬ ਕਰਦੇ ਸੀ, ਅਗਰ ਕਰਦੇ ਸੀ ਤੁਸੀਂ ਯੈਸ ਕਰਕੇ ਉਹਦੀ ਸਾਰੀ ਇਨਫੋਰਮੇਸ਼ਨ ਦੇ ਸਕਦੇ ਹੋ। ਅਗਰ ਤੁਸੀਂ ਨਹੀਂ ਕਰਦੇ ਸੀ ਦੈਨ ਤੁਸੀਂ ਨੋ ਕਰ ਦੇਣਾ।
ਫਿਰ ਤੁਹਾਨੂੰ ਪੁੱਛਣਗੇ ਕਿ ਤੁਸੀਂ ਕੋਈ ਹੋਰ ਐਜੂਕੇਸ਼ਨਲ ਇੰਸਟੀਟਿਊਟ ਜਿਹੜਾ ਹੈ ਉਹ ਜੁਆਇਨ ਕੀਤਾ ਸੀ, ਕੋਈ ਵੀ ਜਿਹੜੀ ਤੁਹਾਡੀ ਪ੍ਰੀਵੀਅਸ ਐਜੂਕੇਸ਼ਨ ਆ ਉਹਦੇ ਬਾਰੇ ਦੱਸੋ। ਉਹਦੇ ਰਿਗਾਰਡਿੰਗ ਤੁਸੀਂ ਆਪਣੇ ਇੰਸਟੀਟਿਊਸ਼ਨ ਦਾ ਨਾਮ ਦੇਣਾ ਆ, ਕਿਹੜੇ ਸ਼ਹਿਰ 'ਚ ਸੀਗਾ ਉਹ ਕਾਲਜ ਸਕੂਲ, ਉਹਦੀ ਇਨਫੋਰਮੇਸ਼ਨ ਦੇਣੀ ਆ, ਅਤੇ ਤੁਸੀਂ ਕਿਹੜੀ ਫੀਲਡ 'ਚ ਸਟੱਡੀ ਕੀਤੀ ਸੀ, ਕਦੋਂ ਤੋਂ ਲੈ ਕੇ ਕਦੋਂ ਤੱਕ ਸਟੱਡੀ ਕੀਤੀ ਸੀ, ਡੇਟ ਆਫ ਅਟੈਂਡੈਂਸ ਜਿਹੜਾ ਉਹ ਤੁਹਾਨੂੰ ਪੁੱਛਿਆ ਜਾਊਗਾ। ਫਿਰ ਤੁਸੀਂ ਦੱਸ ਸਕਦੇ ਹੋ ਕਿ ਮੈਂ ਇੰਨੀ ਲੈਟਸ ਸੇ ਮੈਂ ਕੋਈ ਵੀ ਪ੍ਰੋਗਰਾਮ ਜਿਹੜਾ 2018 'ਚ ਜਾਂ 2019 'ਚ ਸਟਾਰਟ ਕੀਤਾ ਸੀ, 2 ਸਾਲ ਦਾ ਸੀਗਾ, ਉਹਦੇ ਅਕੋਰਡਿੰਗਲੀ ਤੁਸੀਂ ਸਾਰੀ ਇਨਫੋਰਮੇਸ਼ਨ ਫਿਲ ਕਰ ਸਕਦੇ ਹੋ। ਇਹ ਇਨਫੋਰਮੇਸ਼ਨ ਫਿਲ ਕਰਨ ਤੋਂ ਬਾਅਦ ਐਡੀਸ਼ਨਲ ਤੁਹਾਨੂੰ ਹੋਰ ਕੁਐਸਚਨ ਪੁੱਛੇ ਜਾਣਗੇ ਤੁਹਾਡੇ ਵਰਕ ਐਂਡ ਐਜੂਕੇਸ਼ਨ ਦੇ ਰਿਲੇਟਡ ਨੈਕਸਟ ਪੇਜ 'ਤੇ। ਜਦੋਂ ਤੁਸੀਂ ਨੈਕਸਟ 'ਤੇ ਕਲਿੱਕ ਕਰੋਗੇ ਫਿਰ ਤੁਹਾਨੂੰ ਪੁੱਛਿਆ ਜਾਊਗਾ, ਇਸ ਤੋਂ ਬਾਅਦ ਨੈਕਸਟ ਪੇਜ 'ਤੇ ਤੁਹਾਨੂੰ ਐਡੀਸ਼ਨਲ ਵਰਕ ਰਿਗਾਰਡਿੰਗ ਇਨਫੋਰਮੇਸ਼ਨ ਪੁੱਛੀ ਜਾਊਗੀ। ਇੱਥੇ ਤੁਹਾਨੂੰ ਪਹਿਲਾ ਕੁਐਸਚਨ ਇਹ ਪੁੱਛਿਆ ਜਾ ਰਿਹਾ ਹੈ ਕਿ ਡੂ ਯੂ ਬਿਲੋਂਗ ਟੂ ਅ ਕਲੈਨ ਔਰ ਟਰਾਈਬ। ਅਗਰ ਤੁਸੀਂ ਬਿਲੋਂਗ ਕਰਦੇ ਹੋ ਤੁਸੀਂ ਯੈਸ ਆਨਸਰ ਕਰਨਾ, ਅਦਰਵਾਈਜ਼ ਤੁਸੀਂ ਸਿੰਪਲੀ ਨੋ ਕਰ ਦੇਣਾ। ਫਿਰ ਤੁਹਾਨੂੰ ਪੁੱਛਿਆ ਜਾਊਗਾ ਕਿ ਤੁਹਾਨੂੰ ਕਿਹੜੀ ਕਿਹੜੀ ਲੈਂਗੁਏਜ ਦੀ ਇਨਫੋਰਮੇਸ਼ਨ ਹੈਗੀ ਆ। ਤੁਸੀਂ ਇੰਗਲਿਸ਼ ਐਡ ਕਰ ਸਕਦੇ ਹੋ, ਅਗਰ ਤੁਹਾਨੂੰ ਪੰਜਾਬੀ ਦੀ ਹੈਗੀ ਹੈ ਜਾਂ ਹਿੰਦੀ ਦੀ ਹੈਗੀ ਹੈ ਤੁਸੀਂ ਉਹ ਐਡ ਕਰ ਸਕਦੇ ਹੋ। ਉਸ ਤੋਂ ਬਾਅਦ ਨੈਕਸਟ ਕੁਐਸਚਨ ਤੁਹਾਨੂੰ ਪੁੱਛਿਆ ਜਾ ਰਿਹਾ, ਇਸ ਤੋਂ ਬਾਅਦ ਨੈਕਸਟ ਤੁਹਾਨੂੰ ਸਿਕਿਉਰਿਟੀ ਰਿਲੇਟਡ ਕੁਐਸਚਨਸ ਪੁੱਛੇ ਜਾਣਗੇ ਕਿ ਕਦੇ ਤੁਸੀਂ ਮਿਲਟਰੀ 'ਚ ਕੰਮ ਕੀਤਾ ਹੈ ਜਾਂ ਫਿਰ ਕਦੀ ਵੀ ਤੁਸੀਂ ਨਿਊਕਲੀਅਰ ਵੈਪਨਸ ਜਾਂ ਬਾਇਓਲੋਜੀਕਲ ਕੋਈ ਇੱਦਾਂ ਦਾ ਕੈਮੀਕਲ ਐਕਸਪੋਜਰ ਜਾਂ ਕੁਛ ਵੀ ਇੱਦਾਂ ਦਾ ਕੰਮ ਕੀਤਾ। ਤੁਸੀਂ ਇਹਨਾਂ ਸਾਰਿਆਂ ਦੇ ਮੋਸਟਲੀ ਇਹਨਾਂ ਸਾਰਿਆਂ ਦੇ ਆਨਸਰਸ ਨੋ ਹੀ ਹੋਣਗੇ। ਅਗਰ ਤੁਸੀਂ ਲੈਟਸ ਸੇ ਤੁਸੀਂ ਮਿਲਟਰੀ ਬੈਕਗਰਾਊਂਡ ਤੋਂ ਤੁਸੀਂ ਮਿਲਟਰੀ ਜੋਬ ਕੀਤੀ ਹੈ ਜਾਂ ਤੁਸੀਂ ਆਨਸਰ ਯੈਸ ਕਰ ਸਕਦੇ ਹੋ। ਅਦਰਵਾਈਜ਼ ਪਾਰਟ 1 ਤੋਂ ਲੈ ਕੇ ਪਾਰਟ 5 ਤੱਕ ਆਲਮੋਸਟ ਹਰੇਕ ਸਿਕਿਉਰਿਟੀ ਕੁਐਸਚਨ ਦਾ ਜਿਹੜਾ ਆਨਸਰ ਆ ਉਹ ਹੈਗਾ ਆ ਨੋ, ਕਿਉਂਕਿ ਇਹਦੇ 'ਚ ਇਹਨਾਂ ਨੇ ਸਾਰਿਆਂ ਨੇ ਇਹੀ ਪੁੱਛਿਆ ਹੋਊਗਾ ਕਦੀ ਤੁਸੀਂ ਕੋਈ ਕ੍ਰਾਈਮ ਕੀਤਾ ਜਾਂ ਤੁਸੀਂ ਕਿਸੇ ਟੈਰਰਿਸਟ ਐਸੋਸੀਏਸ਼ਨ ਨਾਲ ਜੁੜੇ ਹੋ, ਅਤੇ ਓਬਵੀਅਸਲੀ ਇਹਨਾਂ ਸਾਰੀਆਂ ਚੀਜ਼ਾਂ ਦੇ ਆਨਸਰ ਜਿਹੜੇ ਆ ਉਹ ਤੁਸੀਂ ਨੋ ਹੀ ਕਰੋਗੇ। ਕੋਈ ਤੁਸੀਂ ਵਾਇਲੇਸ਼ਨ ਕੀਤੀ ਆ, ਆਨਸਰ ਨੋ ਹੋਏਗਾ। ਅਗਰ ਤੁਸੀਂ ਇਹਨਾਂ 'ਚੋਂ ਕਿਸੇ ਦਾ ਵੀ ਆਨਸਰ ਯੈਸ ਕਰਦੇ ਹੋ ਤਾਂ ਆਈ ਥਿੰਕ ਤੁਹਾਨੂੰ ਅੱਗੇ ਉਹਨੂੰ ਡਿਫਾਈਨ ਕਰਨਾ ਪਊਗਾ ਕਿ ਤੁਹਾਨੂੰ ਉਹਦੇ ਲਈ ਪਾਰਡਨ ਮਿਲੀ ਸੀ, ਤੁਸੀਂ ਜੇ ਕੋਈ ਮਿਸਟੇਕ ਕੀਤੀ ਸੀਗੀ ਤਾਂ ਉਹਦਾ ਕੀ ਰਿਜ਼ਲਟ ਸੀਗਾ, ਉਹਦੇ ਰਿਗਾਰਡਿੰਗ ਤੁਹਾਨੂੰ ਹੋਰ ਕੁਐਸਚਨ ਪੁੱਛੇ ਜਾ ਸਕਦੇ ਜਾਂ ਫਿਰ ਤੁਹਾਨੂੰ ਇੰਟਰਵਿਊ 'ਚ ਉਹਦੇ ਰਿਗਾਰਡਿੰਗ ਕੁਐਸਚਨ ਪੁੱਛੇ ਜਾਣਗੇ। ਸਿੰਪਲੀ ਇਹਦਾ ਰੂਲ ਇਹੀ ਆ ਕਿ ਮੋਸਟਲੀ ਜਿੰਨੇ ਵੀ ਸਿਕਿਉਰਿਟੀ ਕੁਐਸਚਨਸ ਨੇ ਇਹਨਾਂ ਦਾ ਆਨਸਰ ਨੋ ਹੀ ਹੁੰਦਾ, ਬਟ ਅਗੇਨ ਅਕੋਰਡਿੰਗ ਟੂ ਯਰ ਸਿਚੁਏਸ਼ਨ ਅਗਰ ਇਹਨਾਂ ਦਾ ਆਨਸਰ ਯੈਸ ਆ ਤਾਂ ਓਬਵੀਅਸਲੀ ਤੁਹਾਨੂੰ ਉਹਦਾ ਆਨਸਰ ਯੈਸ ਹੀ ਦੇਣਾ ਪਊਗਾ। ਇਹਦੇ ਵਿੱਚ ਜਿਹੜੇ ਸਿਕਿਉਰਿਟੀ ਐਂਡ ਬੈਕਗਰਾਊਂਡ ਦੇ ਰਿਲੇਟਡ ਕੁਐਸਚਨਸ ਨੇ ਇਹ ਹੈਗੇ ਆ ਪਾਰਟ 1 ਤੋਂ ਲੈ ਕੇ ਪਾਰਟ 5 ਤੱਕ, ਅਤੇ ਇਸ ਟਾਈਮ ਸਕਰੀਨ 'ਤੇ ਤੁਸੀਂ ਦੇਖ ਸਕਦੇ ਹੋ ਜਿੰਨੇ ਵੀ ਕੁਐਸਚਨਸ ਚੱਲ ਰਹੇ ਨੇ ਇਹ ਪਾਰਟ 3 'ਚ ਨੇ। ਇਹਨਾਂ ਸਾਰਿਆਂ ਦੇ ਆਨਸਰਸ ਜਿਹੜੇ ਆ ਉਹ ਮੈਂ ਸਾਰੇ ਨੋ ਦਿੱਤੇ ਆ ਬਿਕੋਜ਼ ਮੇਰੀ ਸਿਚੁਏਸ਼ਨ ਦੇ ਅਕੋਰਡਿੰਗ ਇਹਨਾਂ ਸਾਰੇ ਸਿਕਿਉਰਿਟੀ ਕੁਐਸਚਨਸ ਦੇ ਆਨਸਰਸ ਨੋ ਸੀਗੇ। ਤੁਸੀਂ ਆਪਣੇ ਅਕੋਰਡਿੰਗ ਆਨਸਰਸ ਚੂਜ਼ ਕਰ ਸਕਦੇ ਹੋ। ਇੱਥੇ ਮੈਂ ਸਿੰਪਲੀ ਸਾਰਿਆਂ ਦੇ ਆਨਸਰਸ ਨੋ ਕਲਿੱਕ ਕਰਕੇ ਨੈਕਸਟ ਸਕਰੀਨ 'ਤੇ ਹਿੱਟ ਕਰ ਦੂੰਗੀ, ਜਿਹਦੇ 'ਤੇ ਕਿ ਫੇਰ ਅਗੇਨ ਪਾਰਟ 4 ਸਿਕਿਉਰਿਟੀ ਕੁਐਸਚਨਸ ਆਉਣਗੇ। ਇੱਥੇ 'ਤੇ ਵੀ ਮੈਂ ਸਾਰਿਆਂ 'ਤੇ, ਇੱਥੇ 2 ਹੀ ਕੁਐਸਚਨਸ ਨੇ, ਇਹਨਾਂ 'ਤੇ ਵੀ ਮੈਂ ਸਾਰਿਆਂ 'ਤੇ ਨੋ ਕਲਿੱਕ ਕਰੂੰਗੀ ਐਂਡ ਦੈਨ ਆਈ ਵਿਲ ਹਿੱਟ ਨੈਕਸਟ। ਅਤੇ ਜਿਹੜੀ ਨੈਕਸਟ ਸਕਰੀਨ 'ਤੇ ਆ ਲਾਸਟ ਕੁਐਸਚਨਸ ਆਏ ਨੇ ਇਹ ਸਾਰਿਆਂ 'ਤੇ ਵੀ ਮੈਂ ਆਨਸਰ ਇਹਨਾਂ ਦੇ ਜਿਹੜੇ ਨੇ ਉਹ ਨੋ ਦਊਂਗੀ। ਇਸ ਤੋਂ ਬਾਅਦ ਜਿਹੜਾ ਲਾਸਟ ਸਟੈਪ ਰਹਿ ਜਾਂਦਾ ਆ ਉਹ ਹੈਗਾ ਆ ਫੋਟੋ ਅਪਲੋਡ ਕਰਨ ਦਾ। ਇਸ ਤੋਂ ਬਾਅਦ ਜਦੋਂ ਤੁਸੀਂ ਨੈਕਸਟ 'ਤੇ ਕਲਿੱਕ ਕਰੋਗੇ ਤੁਹਾਨੂੰ ਇਨਫੋਰਮੇਸ਼ਨ ਦਿੱਤੀ ਜਾਊਗੀ ਕਿ ਤੁਸੀਂ ਆਪਣੀ ਫੋਟੋ ਜਿਹੜੀ ਆ ਉਹ ਕਿਵੇਂ ਅਪਲੋਡ ਕਰਨੀ ਹੈ। ਅਗਰ ਤੁਸੀਂ ਗਲਾਸਿਸ ਵੇਅਰ ਕਰਦੇ ਹੋ ਮੇਕ ਸ਼ੋਰ ਕਿ ਤੁਸੀਂ ਜਿਹੜੀ ਵੀ ਫੋਟੋ ਅਪਲੋਡ ਕਰਨੀ ਆ ਉਹਦੇ 'ਚ ਤੁਸੀਂ ਗਲਾਸਿਸ ਨਾ ਲਗਾਏ ਹੋਣ। ਉਸ ਤੋਂ ਇਲਾਵਾ ਜਿਹੜੇ ਤੁਹਾਡੇ ਐਕਸਪ੍ਰੈਸ਼ਨਸ ਆ ਉਹ ਨਿਊਟਰਲ ਹੋਣੇ ਚਾਹੀਦੇ, ਤੁਸੀਂ ਸਮਾਈਲ ਨਾ ਕਰ ਰਹੇ ਹੋ, ਇਹਨਾਂ ਗੱਲਾਂ ਦਾ ਤੁਸੀਂ ਧਿਆਨ ਰੱਖਣਾ ਹੈ। ਫਿਰ ਤੁਸੀਂ ਸਿੰਪਲੀ ਅਪਲੋਡ ਯੂਰ ਫੋਟੋ 'ਤੇ ਕਲਿੱਕ ਕਰਨਾ ਹੈ ਅਤੇ ਆਪਣੀ ਫੋਟੋ ਅਪਲੋਡ ਕਰ ਸਕਦੇ ਹੋ। ਕਿਸੇ ਰੀਜ਼ਨਸ ਕਰਕੇ ਅਗਰ ਤੁਹਾਡੀ ਫੋਟੋ ਜਿਹੜੀ ਆ ਉਹ ਅਪਰੂਵ ਨਹੀਂ ਹੁੰਦੀ ਦੈਨ ਇਟਸ ਨਾਟ ਅ ਬਿਗ ਡੀਲ। ਤੁਸੀਂ ਜਦੋਂ ਤੁਹਾਡੀ ਇੰਟਰਵਿਊ ਹੋਊਗੀ ਤੁਸੀਂ ਉੱਥੇ ਆਪਣੀ ਇੰਟਰਵਿਊ 'ਤੇ ਫੋਟੋਗ੍ਰਾਫ ਲੈ ਕੇ ਜਾ ਸਕਦੇ ਹੋ ਐਂਡ ਵਿਦਆਊਟ ਅਪਲੋਡਿੰਗ ਦ ਫੋਟੋਗ੍ਰਾਫ ਜਾਂ ਪਿਕਚਰ ਇਹ ਵੈਸੇ ਵੀ ਤੁਹਾਡੀ ਜਿਹੜੀ ਐਪਲੀਕੇਸ਼ਨ ਆ ਉਹ ਸੇਵ ਹੋ ਜਾਊਗੀ। ਇਸ ਤੋਂ ਬਾਅਦ ਇੱਕ ਵਾਰੀ ਅਗਰ ਤੁਸੀਂ ਆਪਣੀ ਇਨਫੋਰਮੇਸ਼ਨ ਰਿਵਿਊ ਕਰਨੀ ਆ ਇੱਥੇ ਤੁਸੀਂ ਦੇਖ ਸਕਦੇ ਹੋ ਸਕਰੀਨ 'ਤੇ ਅਗਰ ਜਦੋਂ ਮੈਂ ਕਲਿੱਕ ਕਰਦੀ ਹਾਂ ਅਪਲੋਡ ਯੂਰ ਫੋਟੋਜ਼ ਪੂਰੀ ਪ੍ਰੋਪਰ ਇੰਸਟਰਕਸ਼ਨਸ ਦਿੱਤੀਆਂ ਹੋਈਆਂ ਨੇ ਕਿ ਤੁਸੀਂ ਕਿਵੇਂ ਦੀ ਫੋਟੋ ਅਪਲੋਡ ਕਰਨੀ ਆ ਕਿਵੇਂ ਦੀ ਨਹੀਂ ਕਰਨੀ, ਇਹ ਸਾਰੀ ਇਨਫੋਰਮੇਸ਼ਨ ਇੱਥੇ ਤੁਹਾਨੂੰ ਸਕਰੀਨ 'ਤੇ ਮਿਲ ਜਾਊਗੀ।
ਇਸ ਤੋਂ ਬਾਅਦ ਤੁਸੀਂ ਇੱਥੇ ਦੇਖ ਸਕਦੇ ਹੋ ਕਿ ਜਦੋਂ ਤੁਸੀਂ ਚੂਜ਼ ਫਾਈਲ ਕਰਦੇ ਹੋ, ਅਗਰ ਤੁਹਾਡੀ ਫੋਟੋ ਕੋਈ ਵੀ ਤੁਹਾਡੇ ਕੋਲ ਹੈਗੀ ਹੈ, ਇੱਥੇ ਮੈਂ ਫੋਰ ਐਗਜ਼ਾਮਪਲ ਕੋਈ ਵੀ ਇੱਦਾਂ ਪਿਕਚਰ ਲੈ ਕੇ ਅਪਲੋਡ ਕਰਨ ਦੀ ਕੋਸ਼ਿਸ਼ ਕੀਤੀ ਹੈ ਐਂਡ ਉਹਨਾਂ ਨੇ ਮੈਨੂੰ ਕਿਹਾ ਕਿ ਜਿਹੜੀ ਤੁਹਾਡੀ ਫੋਟੋ ਅਪਰੂਵ ਨਹੀਂ ਹੋ ਰਹੀ, ਇਹ ਸਾਡੇ ਮੈਚ ਨਹੀਂ ਕਰ ਰਹੀ, ਇਸ ਲਈ ਤੁਹਾਨੂੰ ਆਪਣੀ ਇੰਟਰਵਿਊ 'ਤੇ 5 ਸੈਂਟੀਮੀਟਰ ਬਾਏ 5 ਸੈਂਟੀਮੀਟਰ ਦੀ ਜਿਹੜੀ ਫੋਟੋਗ੍ਰਾਫ ਆ ਉਹ ਲੈ ਕੇ ਆਉਣੀ ਪਊਗੀ। ਉਸ ਤੋਂ ਬਾਅਦ ਜਿਹੜਾ ਲਾਸਟ ਸਟੈਪ ਆ, ਜਿੰਨੀ ਤੁਸੀਂ ਸਾਰੀ ਐਪਲੀਕੇਸ਼ਨ ਫਿਲ ਕੀਤੀ ਆ, ਉਹਨਾਂ ਨੇ ਕਹਿਣਾ ਕਿ ਤੁਸੀਂ ਸਾਰੀ ਆਪਣੀ ਜਿਹੜੀ ਹੈ ਐਪਲੀਕੇਸ਼ਨ ਉਹ ਇੱਕ ਵਾਰੀ ਰਿਵਿਊ ਕਰ ਲਓ, ਪਰਸਨਲ ਇਨਫੋਰਮੇਸ਼ਨ ਤੋਂ ਲੈ ਕੇ ਲਾਸਟ ਤੱਕ ਸਿਕਿਉਰਿਟੀ ਕੁਐਸਚਨਸ ਤੱਕ। ਅਗਰ ਤੁਹਾਨੂੰ ਕਿਸੇ ਕੁਐਸਚਨ 'ਤੇ ਡਾਊਟ ਆ ਜਾਂ ਤੁਹਾਨੂੰ ਲੱਗਦਾ ਤੁਸੀਂ ਕੋਈ ਮਿਸਟੇਕ ਕੀਤੀ ਆ, ਤਾਂ ਤੁਸੀਂ ਹੁਣ ਇਸ ਟਾਈਮ ਜਦੋਂ ਰਿਵਿਊ ਕਰ ਰਹੇ ਹੋ, ਤੁਸੀਂ ਆਪਣੀ ਕੋਈ ਵੀ ਮਿਸਟੇਕ ਜਿਹੜੀ ਆ ਉਹਨੂੰ ਸਹੀ ਕਰ ਸਕਦੇ ਹੋ। ਮੇਕ ਸ਼ੋਰ ਤੁਸੀਂ ਪ੍ਰੋਪਰਲੀ ਸਾਰੇ ਆਨਸਰਸ ਰੀਡ ਕਰੋ ਕਿ ਤੁਸੀਂ ਸਾਰਾ ਸਭ ਕੁਝ ਸਹੀ ਫਿਲ ਕੀਤਾ ਹੋਇਆ ਹੈ। ਇਹ ਜਿਹੜਾ ਹੈ ਇਹ ਵਾਲੇ ਪੇਜ 'ਤੇ ਲੋਕੇਸ਼ਨ ਇਨਫੋਰਮੇਸ਼ਨ, ਇਸ ਤੋਂ ਬਾਅਦ ਤੁਸੀਂ ਆਪਣੀ ਲੋਕੇਸ਼ਨ ਸਿਲੈਕਟ ਕਰਕੇ ਨੈਕਸਟ ਤੁਸੀਂ ਕਰਨਾ ਹੈ ਸੇਵ ਐਂਡ ਸਾਈਨ ਐਂਡ ਸਬਮਿਟ। ਤੁਸੀਂ ਇੱਥੇ ਆਪਣੇ ਈ ਸਿਗਨੇਚਰ ਕਰਨੇ ਆ, ਐਂਟਰ ਯੂਅਰ ਪਾਸਪੋਰਟ ਨੰਬਰ, ਆਪਣਾ ਪਾਸਪੋਰਟ ਨੰਬਰ ਐਡ ਕਰਕੇ ਨੀਚੇ ਤੁਸੀਂ ਜਿਹੜਾ ਕੋਡ ਦਿੱਤਾ ਹੋਊਗਾ ਉਹ ਕੋਡ ਕਰਕੇ ਤੁਸੀਂ ਕਲਿੱਕ ਕਰਨਾ ਹੈ ਸਾਈਨ ਐਂਡ ਸਬਮਿਟ ਐਪਲੀਕੇਸ਼ਨ। ਇਹ ਜਿਹੜਾ ਇਹ ਲਾਸਟ ਸਟੈਪ ਆ। ਇਸ ਤੋਂ ਬਾਅਦ ਤੁਹਾਨੂੰ ਕਨਫਰਮੇਸ਼ਨ ਪੇਜ ਮਿਲ ਜਾਊਗਾ ਜਿਹੜਾ ਕਿ ਹੈਗਾ DS 160 ਕਨਫਰਮੇਸ਼ਨ ਪੇਜ, ਉਹਦੇ 'ਤੇ ਬਾਰਕੋਡ ਹੋਊਗਾ। ਉਹ ਵਾਲਾ ਪੇਜ ਜਿਹੜਾ ਹੈ ਉਹ ਤੁਸੀਂ ਨਾਲ ਇੰਟਰਵਿਊ 'ਤੇ ਲੈ ਕੇ ਜਾਣਾ ਹੈ, ਅਤੇ ਮੈਂ ਤੁਹਾਨੂੰ ਸੈਕਿੰਡ ਵੀਡੀਓ 'ਚ ਦੱਸੂੰਗੀ ਕਿ ਇੰਟਰਵਿਊ ਲਈ ਅਪੋਇੰਟਮੈਂਟ ਕਿਵੇਂ ਬੁੱਕ ਕਰਨੀ ਆ। ਥੈਂਕਸ ਫॉर ਵਾਚਿੰਗ ਐਂਡ ਪਲੀਜ਼ ਡੂ ਸਬਸਕ੍ਰਾਈਬ ਮਾਈ ਚੈਨਲ।